ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸ਼ੈਲਜਾ ਕੁਮਾਰੀ ਪੰਜਾਬੀ ਮਿਸਟਰਸ ਸਰਕਾਰੀ ਹਾਈ ਸਕੂਲ ਸੋਹੋਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਅੱਜ ਮੈਂ ਜਮਾਤ 10ਵੀਂ ਵਿੱਚ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਲੇਖ ਪ੍ਰਾਰਥਨਾ ਲੈ ਕੇ ਹਾਜ਼ਰ ਹੋਈ ਹਾਂ, ਜੋ ਕਿ ਮਹਾਨ ਲੇਖਕ ਡਾਕਟਰ ਬਲਬੀਰ ਸਿੰਘ ਜੀ ਦੇ ਦੁਆਰਾ ਰਚਿਆ ਗਿਆ ਹੈ। ਇਸ ਪਾਠ ਵਿੱਚ ਅਰਦਾਸ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਿਆ ਗਿਆ ਹੈ। ਕਹਿੰਦੇ ਹਨ ਕਿ ਬੰਦੇ ਲਈ ਅਰਦਾਸ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਜ਼ਿੰਦਗੀ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਵੱਡੇ ਤੋਂ ਵੱਡੇ ਰਾਟ ਆਦਮੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਅਰਦਾਸ ਜ਼ਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਰੋਗ ਵੇਲੇ, ਜੰਗ ਵੇਲੇ, ਮੁਸ਼ਕਿਲ ਸਮੇਂ, ਕਾਰਜ ਦੀ ਸਿੱਧੀ ਲਈ ਕੀਤੀ ਜਾਂਦੀ ਹੈ। ਇਸ ਨਾਲ ਮਨੁੱਖ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੈ। ਇਸ ਕਰਕੇ ਅੱਜ ਮੈਂ ਤੁਹਾਨੂੰ ਅਰਦਾਸ ਦੀ ਮਹੱਤਤਾ ਬਾਰੇ ਇਸ ਲੇਖ ਵਿੱਚ ਪੜ੍ਹਾਵਾਂਗੀ। ਤੂੰ ਠਾਕੁਰ ਤੁਮ ਪੇ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। कोई न जाने तुमरा अंत, ऊँचे ते ऊँचा भगवंत। सगल समग्री तुमरे सूत्र तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी, नानक दास सदा कुर्बानी। तो चलो विद्यार्थियों, आपां शुरू करते हाँ। जमात 10वीं लेख प्रार्थना, लेखक डॉक्टर बलबीर सिंह जी। सब तो पहला आपां डॉक्टर बलबीर सिंह जी दे जीवन उपर चानना पावांगे। डॉक्टर बलबीर सिंह जी का जीवन काल का समा है 1896 तो 1974 तक। डॉक्टर बलबीर सिंह जी का जन्म 10 दसंबर 1896 ਨੂੰ पिता सरदार चरण सिंह जी के घर, माता सरदारनी उत्तम कौर के घर ਅੰਮ੍ਰਿਤਸਰ ਵਿਖੇ ਹੋਇਆ। ਆਪ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਗਿਆਨ ਪ੍ਰਾਪਤ ਕਰਨ ਦੀ ਬਹੁਤ ਲਗਨ ਸੀ। ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਰਹੇ। ਕੁਝ ਸਮਾਂ ਕੈਂਬਰਿਜ ਪ੍ਰੈਪਰੇਟਰੀ ਸਕੂਲ ਦੇਹਰਾਦੂਨ ਵਿਖੇ ਪ੍ਰਿੰਸੀਪਲ ਰਹੇ। ਆਧੁਨਿਕ ਪੰਜਾਬ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਆਪ ਜੀ ਦਾ ਨਾਮ ਵਿਸ਼ੇਸ਼ ਥਾਂ ਰੱਖਦਾ ਹੈ। ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਲੰਬੀ ਨਦਰ, ਕਲਮ ਦੀ ਕਰਾਮਾਤ, ਸ਼ੁੱਧ ਸਰੂਪ, ਸੂਰਤ, ਸ਼ਬਦ ਵਿਚਾਰ, ਨਿਰੁਕਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆਦਿ ਹਨ। ਆਪ ਦੀ ਵਿਦਵਤਾ ਦਾ ਪ੍ਰਮਾਣ ਆਪ ਦੀਆਂ ਲਿਖਤਾਂ ਹਨ। ਆਪ ਦੀਆਂ ਵਡਮੁੱਲੀਆਂ ਸਾਹਿਤਕ ਸੇਵਾਵਾਂ ਕਰਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡੀ ਲੀਟ ਦੀ ਉਪਾਧੀ ਨਾਲ ਸਨਮਾਨਿਆ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ। ਸਭ ਤੋਂ ਪਹਿਲਾਂ ਬੱਚੋ ਆਪਾਂ ਦੇਖਾਂਗੇ ਕਿ ਪ੍ਰਾਰਥਨਾ ਹੁੰਦੀ ਕੀ ਹੈ। ਪ੍ਰਾਰਥਨਾ ਇੱਕ ਅਜਿਹੀ ਵਸਤੂ ਹੈ ਜੋ ਬੰਦੇ ਲਈ ਬਹੁਤ ਜ਼ਰੂਰੀ ਹੈ। ਕਈ ਮੌਕੇ ਆਉਂਦੇ ਹਨ ਜਦੋਂ ਕਿ ਵੱਡੇ ਰਾਟ ਮਨੁੱਖ ਲਈ ਕੋਈ ਵੀ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ। ਸਭ ਤੋਂ ਸਿਆਣਾ ਆਦਮੀ ਸੁਕਰਾਤ ਗਿਣਿਆ ਜਾਂਦਾ ਹੈ। ਇਹ ਮੌਤ ਤੋਂ ਬੇਪਰਵਾਹ ਸੀ। ਜ਼ਹਿਰ ਦਾ ਪਿਆਲਾ ਇਸਨੇ ਸ਼ਰਬਤ ਵਾਂਗਰ ਪੀ ਲਿੱਤਾ ਸੀ। ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ। ਇੱਕ ਥਾਵੇਂ ਉਸਨੇ ਕਿਹਾ ਹੈ, ਉਹ ਪਿਆਰੇ ਪੈਨ ਦੇਵਤਾ ਅਤੇ ਇਸ ਥਾਂ ਦੇ ਹੋਰ ਸਾਰੇ ਦੇਵਤਿਓ, ਮੇਰੀ ਇਹ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਅਤੇ ਮੇਰੀਆਂ ਸਾਰੀਆਂ ਬਾਹਰਲੀਆਂ ਵਸਤਾਂ ਇਸ ਅੰਦਰਲੀ ਜੀਵ ਆਤਮਾ ਦੇ ਨਾਲ ਇਕਸੁਰ ਹੋ ਜਾਣ। ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ। ਸਾਰੀਆਂ ਰੀਤਾਂ ਰਸਮਾਂ ਦੀ ਥਾਵੇਂ ਸਿੱਖ ਅਰਦਾਸ ਕਾਫੀ ਹੈ। ਸਾਰੇ ਪਰਮਾਰਥਕ ਸਥਾਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜੀਂਦੀ ਵਸਤੂ ਹੈ। ਅਰਦਾਸ ਦੀ ਜ਼ਰੂਰਤ ਹਰ ਸੰਸਾਰਿਕ ਮੌਕੇ ਉੱਪਰ ਹੁੰਦੀ ਹੈ। ਜਨਮ ਵੇਲੇ, ਮਰਨ ਵੇਲੇ, ਜੰਗ ਵੇਲੇ,
ਕੋਈ ਅਸਰ ਨਹੀਂ ਜੋ ਸਿੱਖ ਲਈ ਅਭਿੰਨ ਅਰਦਾਸ ਹੋਵੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਵਿੱਚ ਵਿਆਹ ਵੇਲੇ ਕੋਈ ਵੀ ਮਨ ਦੀ ਸ਼ਾਂਤੀ ਵੇਲੇ ਅਰਦਾਸ ਕਰਦੇ ਹਾਂ, ਔਲਾਦ ਦੇ ਜਨਮ ਵੇਲੇ ਜਾਂ ਮ੍ਰਿਤਿੂ ਵੇਲੇ ਕਿਸੇ ਦੇ ਸੰਸਕਾਰ ਕਰਨ ਸਮੇਂ ਆਪਾਂ ਪ੍ਰਭੂ ਨੂੰ ਯਾਦ ਕਰਦੇ ਹਾਂ, ਮਤਲਬ ਅਰਦਾਸ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਸਨ 1893 ਵਿੱਚ ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਬਚਦਾ ਹੈ। ਇਹ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਪ੍ਰਯਤਨ ਦਾ ਸਿੱਟਾ ਹੈ। ਇਸ ਦਾ ਪਹਿਲਾ ਟਰੈਕਟ ਹੁੰਦਾ ਹੈ ਬੱਚੋ, ਇੱਕ ਛੋਟੀ ਕਿਤਾਬ ਟਰੈਕਟ ਜੋ ਛਪਿਆ ਉਸ ਦਾ ਨਾਮ ਪ੍ਰਾਰਥਨਾ ਹੈ। ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ, ਪਰੰਤੂ ਸੰਕੇਤਿਕ ਤੌਰ 'ਤੇ ਦੱਸਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ। ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਇਸ ਅਰਦਾਸ ਤੋਂ ਹੀ ਹੁੰਦਾ ਹੈ। ਪੜ੍ਹੇ ਲਿਖੇ ਨੌਜਵਾਨ ਪੁੱਛਦੇ ਹਨ ਕਿ ਅਰਦਾਸ ਸੁਣੀ ਜਾਂਦੀ ਹੈ? ਕਿ ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਬਹੁਤ ਪ੍ਰਸ਼ਨ ਆਉਂਦਾ ਹੈ ਕਿ ਅਰਦਾਸ ਤੋਂ ਸੁਣ ਸਕਦੇ ਹਾਂ ਆਪਾਂ, ਕਿ ਅਰਦਾਸ ਦਾ ਉੱਤਰ ਮਿਲਦਾ ਹੈ? ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਨਹੀਂ। ਅਰਦਾਸ ਫਰਜ਼ ਹੈ, ਉੱਤਰ ਗੈਰ ਕਾਨੂੰਨੀ ਹੈ, ਗੈਰ ਜ਼ਰੂਰੀ ਹੈ। ਆਸਕਰ ਵਾਈਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਸਗੋਂ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ। ਇਸ ਲਿਹਾਜ਼ ਵਿੱਚ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਚੀਜ਼ ਹੈ। ਇਸ ਅਰਦਾਸ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਹੋ ਜਾਂਦੀ ਹੈ, ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੁੰਦੀ ਹੈ। ਸਿੱਖ ਦੀ ਅਰਦਾਸ ਤਦੇ ਹੀ ਸਫਲ ਹੈ ਜੇ ਉਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ। ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿੱਚ ਫਲਸਰੂਪ ਹੈ। ਅਰਦਾਸ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿਜ ਸੁਭਾਅ ਦਾ ਯਤਨ ਹੈ। ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ, ਜਾਂ ਇਉਂ ਕਹੋ ਕਿ ਸਰਬੱਤ ਦੇ ਭਾਵ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਰਕੇ ਹਨ। ਸਾਡਾ ਨਿਕਾਰਾਪਨ, ਸਾਡਾ ਕਮੀਨਾਪਨ, ਸਾਡਾ ਛੁੱਟ ਦਿਲਾਪਨ, ਸਾਡਾ ਵੱਖਰਾਪਨ, ਇਹਨਾਂ ਸਭਨਾਂ ਤੋਂ ਇਸ ਤਰ੍ਹਾਂ ਖਹਿੜਾ ਛੁੱਟ ਜਾਂਦਾ ਹੈ ਤੇ ਮਨੁੱਖ ਇਉਂ ਇਹਨਾਂ ਤੋਂ ਉੱਪਰ ਹੋ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਗਏ ਸਨ। ਇਸੇ ਦਾ ਨਾਮ ਚੜ੍ਹਦੀ ਕਲਾ ਹੈ, ਜੋ ਸਰਬੱਤ ਦੇ ਭਲੇ ਦੀ ਭਾਵਲੀਨਤਾ ਤੋਂ ਤਤਗੀ ਪ੍ਰਾਪਤ ਹੁੰਦੀ ਹੈ। ਮਾਇਆ ਦੇ ਪਾਪ ਲੀੜੇ ਦਾ ਛੋਟਾ ਰਹਿ ਜਾਣ ਤੇ ਮਨੁੱਖ ਦਾ ਇੱਕ ਸਰਬੱਤ ਪੁਰਖ ਹੋ ਕੇ ਨਿਸ਼ਪਾਪ ਉੱਚਾ ਉੱਠ ਜਾਣ ਦਾ ਨਾਮ ਚੜ੍ਹਦੀ ਕਲਾ ਹੈ। ਇਸ ਅਵਸਥਾ ਦੀ ਪੂਰਨਤਾ ਹੀ ਸਿੱਖ ਅਰਦਾਸ ਦੀ ਕਰਾਮਾਤ ਹੈ। ਸਾਡੀ ਸੁੱਖਿਆ ਸੌਖ ਲਈ ਸ਼੍ਰੀਮਾਨ ਭਾਈ ਸਾਹਿਬ ਵੀਰ ਸਿੰਘ ਜੀ, ਭਾਈ ਵੀਰ ਸਿੰਘ ਜੀ ਦੀ ਤੁਸੀਂ ਤਸਵੀਰ ਸਾਹਮਣੇ ਦੇਖ ਰਹੇ ਹੋ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਆ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣੀ ਬਹੁਤ ਜ਼ਿਆਦਾ ਦੇਣ ਦਿੱਤੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਰਦਾਸ ਦੀ ਜ਼ਰੂਰਤ ਲਈ ਕਿਸ ਪ੍ਰਕਾਰ ਦਾ ਅਲੰਕਾਰ ਪਹਿਲੇ ਟਰੈਕਟ ਵਿੱਚ ਬੱਧਾ ਹੈ, ਜੋ ਸਨ 1893 ਦੇ ਕਰੀਬ ਉਹਨਾਂ ਲਿਖਿਆ, ਆਪ ਦੀ ਭੇਂਟ ਕਰਦੇ ਹਾਂ। ਜੋ ਲੋਕ ਆਪ ਨੂੰ ਇਹ ਸ਼ੰਕਾ ਪਾ ਦਿੰਦੇ ਹਨ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ, ਇਸ ਦੇ ਪੜ੍ਹਨ ਤੋਂ ਇਸ ਦਾ ਉੱਤਰ ਆਪ ਜੀ ਨੂੰ ਅਤ ਸਿੱਖਿਆਦਾਇਕ ਪ੍ਰਸੰਗ ਦੁਆਰਾ ਸਾਖਿਆਤ ਹੋ ਜਾਵੇਗਾ। ਲੋ ਪੜੋ। ਤੂੰ ਠਾकुर तुम पेह अरदास, जियो पिंड
सब तेरी रास। प्रार्थना विषयपुर एक मनोहर वार्ता। सत बख्शिंद सदा मेहरबाना सबना तेई आधारी। महाराजा रणजीत सिंह ਦੀ ਬਹਾਦਰੀ। महाराजा रणजीत सिंह जी जो कि एक बहुत ही बहादुर योद्धा होए सन, ਉਹਨਾਂ ਨੂੰ कौन नहीं जानता। ਉਹਨਾਂ ਦੀ ਬਹਾਦਰੀ ਅਤੇ ਉਦਾਰਤਾ ਨੂੰ ਕੌਣ ਨਹੀਂ ਜਾਣਦਾ। ਪੰਜਾਬ ਵਰਗੇ ਫਸਾਦਾਂ ਨਾਲ ਭਰਪੂਰ ਦੇਸ਼ ਨੂੰ ਜਿੱਤਣਾ, ਜਿੱਥੇ ਚੱਪੇ ਚੱਪੇ ਅੱਡ ਰਾਜ ਸੀ ਤੇ ਹਰੇਕ ਆਪਣੇ ਆਪ ਨੂੰ 30 ਮਾਰ ਖਾਂ ਸਮਝਦਾ ਸੀ, ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਸ ਕਰਕੇ ਮਹਾਰਾਜਾ ਜੀ ਨੂੰ ਵੱਡੀਆਂ ਵੱਡੀਆਂ ਪੀੜਾਂ ਤੇ ਮੁਹਿੰਮਾਂ ਪੈਂਦੀਆਂ ਰਹੀਆਂ, ਪਰ ਉਹ ਸ਼ੇਰ ਦਿਲ ਕਦੀ ਨਹੀਂ ਘਬਰਾਇਆ। ਔਕੜ ਵੇਲੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਨੀ ਤੇ ਕਾਰਜ ਸਿੱਧ ਲੈ ਲੈਣੇ। ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲੇ ਤਾੜਵੀ ਸੀ, ਆਕੀ ਹੋ ਗਿਆ। ਇਸ ਨੂੰ ਮਹਾਰਾਜ ਨੇ ਵੱਡੇ ਔਖ ਨਾਲ ਜਿੱਤਿਆ ਅਤੇ ਉਹ ਰੋਹਤਾਸ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕੈਦ ਵਿੱਚ ਇਹ ਸਰਦਾਰ ਸਦੀਵ ਪਰਮੇਸ਼ਵਰ ਤੇ ਮਨੁੱਖ ਨੂੰ ਗਾਲਾਂ ਦਿੰਦਾ ਤੇ ਜੋ ਮੂੰਹ ਆਉਂਦੀ ਬਕਦਾ ਰਹਿੰਦਾ। ਕਰਤਾਰ ਪਰ ਵਿਸ਼ਵਾਸ ਰੱਖਣਾ ਸਰਬ ਸੁੱਖਾਂ ਦੀ ਖਾਨ ਹੈ, ਪਰ ਇਹ ਮਹਾ ਉੱਤਮ ਪਦਾਰਥ ਵੀ ਇਹ ਅਪਰਾਧੀ ਦੇ ਹਿਰਦੇ ਵਿੱਚੋਂ ਉੱਡ ਕੇ ਇਸ ਨੂੰ ਇੱਕ ਅਜਿਹੀ ਅੱਗ ਵਿੱਚ ਸਿੱਟ ਗਿਆ ਕਿ ਜਿਸ ਵਿੱਚ ਆਦਮੀ ਮਰਦਾ ਤਾਂ ਨਹੀਂ, ਪਰ ਸਦੀਵ ਸੜਦਾ ਰਹਿੰਦਾ ਹੈ। ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਤੁਸੀਂ ਦੇਖ ਰਹੇ ਹੋ। ਇੱਕ ਪਾਸੇ ਕੈਦੀ ਹੈ, ਦੂਜੇ ਪਾਸੇ ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਹਨ। ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਇਸ ਨੂੰ ਖਾਣ ਨੂੰ ਪੈਂਦੀਆਂ ਤੇ ਹਨੇਰੇ ਵਿੱਚ ਅਨੇਕ ਪ੍ਰਕਾਰ ਦੇ ਭੈ ਦੀਆਂ ਅੱਖਾਂ ਅੱਗੇ ਆ ਕੇ ਇਸ ਨੂੰ ਦੁੱਖਾਂ ਤੋਂ ਦੂਣਾ ਕਰਦੇ। ਜਦ ਕੋਈ ਸਰਕਾਰੀ ਨੌਕਰ ਇਸ ਨੂੰ ਅੰਨ ਪਾਣੀ ਦੇਣ ਆਉਂਦਾ ਤਾਂ ਇਹ ਮਹਾਰਾਜ ਸਾਹਿਬ ਨੂੰ ਹਜ਼ਾਰ ਹਜ਼ਾਰ ਗਾਲਾਂ ਇੱਕੋ ਸਾਹੇ ਹੀ ਸੁਣਾਉਂਦਾ। ਇੱਕ ਦਿਨ ਇਹ ਦੁਖੀ ਸਮਾਂ ਕੱਟਣ ਲਈ ਆਪਣੀ ਕੁਟੀਆ ਦੇ ਜਾਲੇ ਫਰੋਲ ਰਿਹਾ ਸੀ। ਅਚਾਨਕ ਇੱਕ ਪੁਰਾਣੀ ਪੋਥੀ ਹੱਥ ਲੱਗੀ। ਉਸ ਨੂੰ ਲੈ ਕੇ ਪੜ੍ਹਨ ਬੈਠ ਗਿਆ। ਵਿਹਲਿਆ ਹੋਣ ਕਰਕੇ ਇਸ ਦਾ ਦਿਲ ਪੋਥੀ ਵਿੱਚ ਖੁੱਭਦਾ ਹੀ ਗਿਆ। ਛੇਕੜ ਇੱਕ ਤੁਕ ਭੁਰ ਪਹੁੰਚਾ। ਸਤ ਬਖਸ਼ੰਦ ਸਦਾ ਮਿਹਰਬਾਨਾ ਸਭਨਾ ਤੇ ਆਧਾਰੀ। ਇਸ ਤੁਕ ਨੂੰ ਪੜ੍ਹ ਕੇ ਉਹ ਇੱਕ ਪ੍ਰਕਾਰ ਦੇ ਵਹਿਣ ਵਿੱਚ ਪੈ ਗਿਆ ਕਿ ਪਰਮੇਸ਼ਵਰ, ਜਿਸ ਨੂੰ ਮੈਂ ਇੱਕ ਡਰਾਉਣਾ ਭੂਤ ਸਮਝਦਾ ਹਾਂ, ਐਡਾ ਕਿਰਪਾਲੂ ਹੈ ਕਿ ਸਦੀਵ ਬਖਸ਼ਦਾ ਤੇ ਦਇਆ ਕਰਦਾ ਹੈ ਅਤੇ ਪਾਪੀ ਪੁਨਾਤਮਾ ਸਭ ਨੂੰ ਆਸਰਾ ਦਿੰਦਾ ਹੈ। ਕੀ ਉਸ ਕਿਰਪਾ ਸਾਗਰ ਦੀ ਮਿਹਰ ਦੀ ਛਾਂ ਹੇਠ ਮੈਂ ਨਹੀਂ ਆ ਸਕਦਾ? ਆਪ ਜਾਣਦੇ ਹੋ, ਜਦ ਆਦਮੀ ਦੁਨੀਆ ਦੇ ਹੱਥੋਂ ਸੱਤ ਜਾਂਦਾ ਹੈ ਤਾਂ ਉਸਦਾ ਮਨ ਸੱਚਾਈ ਦੇ ਪ੍ਰਵਾਨ ਕਰਨ ਨੂੰ ਸੁੱਤੇ ਹੀ ਤਿਆਰ ਹੋ ਜਾਂਦਾ ਹੈ। ਇਸ ਤੁਕ ਦੇ ਪਵਿੱਤਰ ਭਾਵ ਨੇ ਇਸ ਡੁੱਬਦੇ ਪੁਰਖ ਨੂੰ ਸਹਾਰਾ ਦਿੱਤਾ। ਇੱਕ ਰਾਤ ਮੀਂਹ, ਹਨੇਰੀ ਤੇ ਵਰਖਾ ਨੇ ਉਹ ਤਰਥਲੀ ਮਚਾਈ ਕਿ ਕੈਦੀ ਨੂੰ ਨੀਂਦ ਨਾ ਆਈ ਅਤੇ ਕੈਦੀ ਨੂੰ ਆਪਣੀ ਗਲਤੀ ਦਾ ਪਛਤਾਵਾ ਵੀ ਹੋਇਆ। ਕੈਦੀ ਨੂੰ ਨੀਂਦ ਨਾ ਆਈ ਔਰ ਇਸ ਸੋਚ ਵਿੱਚ ਸਾਰੀ ਰਾਤ ਬੀਤ ਗਈ ਕਿ ਮੈਂ ਪਾਪੀ ਹਾਂ ਤੇ ਪਰਮਾਤਮਾ ਸਭ ਨੂੰ ਆਸਰਾ ਦਿੰਦਾ ਹੈ ਕਿ ਮੈਨੂੰ ਵੀ ਪਰਮੇਸ਼ਵਰ ਬਖਸ਼ੇਗਾ, ਕਿ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ। ਇਹਨਾਂ ਸੋਚਾਂ ਦਾ ਫਲ ਇਹ ਹੋਇਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਆਇਆ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ਕਿ ਹੇ ਅਕਾਲ ਪੁਰਖ, ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਈ ਆਦਮੀ ਬੇਦੋਸ਼ ਮਾਰੇ ਤੇ ਸੈਂਕੜੇ ਇਸਤਰੀਆਂ ਵਿਧਵਾ ਤੇ ਅਣਗਿਣਤ ਬਾਲ ਅਨਾਥ ਕੀਤੇ। ਤੇਰੀ ਸ੍ਰਿਸ਼ਟੀ ਨੂੰ ਦੁੱਖ ਦਿੱਤਾ ਤੇ ਛੇਕੜ ਪਾਤਸ਼ਾਹ ਦਾ, ਜਿਸ ਨੇ ਮੈਨੂੰ ਤਾੜਵੀ ਤੋਂ ਸਰਦਾਰ ਬਣਾਇਆ ਸੀ, ਦੁਸ਼ਮਣ ਹੋ ਗਿਆ। ਹੇ ਪਿਤਾ, ਮੈਥੋਂ ਵੱਧ ਕੇ ਪਾਪੀ ਕੋਈ ਨਹੀਂ। ਮੈਂ ਕੁੰਭੀ ਨਰਕ ਦੇ ਯੋਗ ਹਾਂ, ਪਰ
आप बख्शिंद हो, मैनू भी बख्शो। इस प्रकार ढेर चिर प्रार्थना करन तो बाद ਉਹ ਇਹ शब्द पढ़न लगा, जाको मुश्किल अत बने ढोई कोई न देई, लागू होए दुश्मना साख भी भज खले, सब्बो भजे आसरा चुके असराओ, चित आवे उस पार भ्रम लगे न तत्ती वाओ। ये सारा शब्द पढ़ के कैदी नूं बड़ा ही आनंद आया अते अपने आप विच ही कहन लगा कि मैं अगे अपने आप नूं अत दुखी समझदा सी, पर हुण मैं अनंत हाँ। मेरे सब संकट निवृत्त हो गए, जिसका कारण ईश्वर पुर भरोसा ते उस दी बेअंत दया है। मेरा दिल जो समुंदर दियां लहरां वांग डोल रहा सी, हुण शांत है। इस प्रकार करतारपुर भरोसा करके सच्चे पछतावे ते उपासना तो ये अपराधी सुखी हो गया ते उस दे सब संकट निवृत्त हो गए। दिनों दिन पाठ विच वध तो वध प्रेमी हुंदा गया, पर एक ग्रंथी नूं सदवा दे के उस तो कई शब्द दे अर्थ समझदा। इन्हां गल्लां दा फल ये होया कि कैदी दा वरतो वरतारा होर दा होर हो गया। हरेक नाल मिठा बोलो, निमरता ना वरते। सारे लोग हैरान सन कि यह आश्चर्य खेड़ दी वरत गई जो इसका सुभाव अजिहा वटीच गया। इस तो कुछ दिन मगरों महाराजा रणजीत सिंह जी ने रोहतास आ डेरे लाए। उस रात आप ढिलो हो गए, दवावां दरमला सब सफल गईयां। जद अद्धी रात तक नींद ना आई तां अकाल पुरख अगे बेनती कीती कि हे अकाल पुरख, हे करतार, मैनू नींद बख्श। झट अख लग गई ते सवेरे राजी खुशी उठे वजीर ध्यान सिंह सदा के बोले, राजा जी, वाहिगुरु जी ने मेरी बेनती सुनी अते मैनू आराम बख्शिया। मैं अज उस सिरजनहार दे धन्नवाद विच चाहुंदा हाँ कि एक भारे कैदी नूं छुटकारा दिया। राजा बोलिया, हे पातशाह, इस किले विच एक ताड़वी सरदार कैद है। उसदी कैद विच करड़ी है ते आप दी मेहर दे जोग इस वेले ओह ही है। महाराज दा हुक्म हो गया। झट कैदी नूं छुटकारे दी खुशखबरी सुनाई गई और महाराजे दे पेश किया गया। आपने हंस के पूछा, क्यों भाई, अजे सीधा होया है कि नहीं? इस दे उत्तर विच उसने कैद खाने का सारा समाचार सुना के कहा कि महाराज, आप दी किरपा नाल मैं ताड़वी तो सरदार बनया ते आप जी दी ही कैद विच अपने सच्चे पिता परमेश्वर दे प्रेम तो जानू होया। हुण मैनू सच्ची खुशी प्राप्त है। मेरा मन वाहिगुरु जी दे प्रेम विच मगन है। इस कैद तो ही उसदी बेअंत दया नाल खलासी होई है ते अंत नूं भी महाभोजल तो उसने छुटकारा बख्शना है। महाराजा यह गल्लां सुन के बहुत प्रसन्न होया अते उसनूं फिर सरदारी देन लगा, पर उसने नक ना धरिया, भाव उसने सरदारी लैनी परवान ना कीती। प्यारे पाठकों, रता सोचो कि परमेश्वर पुर निश्चा करना ते उसदी सेवा विच प्रार्थना करनी मन नूं किड्डे शांतिदायक हन। दुख, संकट, कष्ट कुछ भी दुखदाई नहीं पासते। कदी किसी मनमतीए दी इस गल पुरदा ना पत्या करो कि प्रार्थना करनी व्यर्थ है। सदा इस गल नूं चेते रखो कि
ਰੱਬ ਸਾਡਾ ਦਿਆਲੂ ਪਿਤਾ ਹੈ, ਅਸੀਂ ਭੁੱਲਣਹਾਰ ਪੁੱਤਰ ਹਾਂ। ਜੈਸਾ ਪਾਲਕ ਪਾਏ ਸੁਭਾਈ, ਲਖ ਅਪਰਾਧ ਕਮਾਵੇ। ਕਰ ਉਪਦੇਸ਼ ਚਿੜਕੇ ਭੋ ਪਾਤੀ, ਬਹੁ ਪਿਤਾ ਗਲ ਲਾਵੇ। ਪਰਮੇਸ਼ਵਰ ਸਾਡੇ ਨਾਲ ਪ੍ਰੇਮ ਕਰਦਾ ਹੈ ਔਰ ਉਸ ਨੂੰ ਪ੍ਰਾਪਤ ਕਰਨ ਦੀ ਕੁੰਜੀ ਵੀ ਉਸ ਨਾਲ ਪ੍ਰੇਮ ਕਰਨਾ ਹੈ। ਦਸਮ ਗੁਰੂ ਜੀ ਦਾ ਵਾਕ ਹੈ, ਸਾਚ ਕਹੇ ਸੁਨ ਲੇਹੁ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। साच कहे सुन लेहो सभे, जिन प्रेम किहो तिन ही प्रभ पायो। यह दुनिया थोड़े दिन है, अंत नो परमेश्वर दी दरगाहे चलना है, जिथे बुरे भले बुरे कामां दा निस्तारा होना है। जां सदा दी खुशी, जां 84 लाख जूना दा नरक। तुसी देख रहे हो 84 लाख जूना दा नरक। विद्यार्थियों, 84 लाख जूना ਨੂੰ ਭੋਗ ਕੇ ਮਨੁੱਖੀ ਜਾਮਾ ਮਿਲਦਾ ਹੈ। ਇਸ ਨੂੰ ਪਰਮਾਤਮਾ ਦੀ ਭਗਤੀ ਵਿੱਚ ਤੁਹਾਨੂੰ ਲਗਾਉਣਾ ਚਾਹੀਦਾ ਹੈ, ਵਰਨਾ ਤੁਸੀਂ ਇੱਕ ਪਾਸੇ 84 ਲੱਖ ਜੂਨਾਂ ਦਾ ਨਰਕ ਵੀ ਦੇਖ ਰਹੇ ਹੋ। ਜਾਂ ਸਦਾ ਦੀ ਖੁਸ਼ੀ ਜਾਂ 84 ਲੱਖ ਜੂਨਾਂ ਦਾ ਨਰਕ। ਤਾਂ ਤੇ ਭਲਾ ਇਹੀ ਹੈ ਕਿ ਉਸ ਪਾਪੀ ਵਾਂਗੂ ਇਸੇ ਜਗਤ ਵਿੱਚ ਪਿਤਾ ਤੋਂ ਪਾਪ ਬਖਸ਼ਾ ਕੇ कुछ भजन रूपी खेप लद लो। जगत दा विहार शुद्ध रखो ते मन वल रखो और सदैव प्रार्थना करो। हाँ जी बच्चों, हुण आपां लेख प्रार्थना दे शब्द अर्थ जिहड़े हैगे आ वो करांगे। पहला साडा शब्द है राठ। राठ दा अर्थ हुंदा है राजा जां सरदार। दूजा शब्द है साडा कायल। कायल का अर्थ हुंदा है यकीन करना। तीसरा शब्द है साडा अहमियत। अहमियत का अर्थ हुंदा है महत्ता। ट्रैक्ट। ट्रैक्ट मतलब हुंदा है पैम्फलेट। पैम्फलेट तुसीं सारे ही जानते हो, एक छोटी जिही किताब नूं पैम्फलेट कहा जाता है। याचना। याचना का अर्थ है प्रार्थना। अगला शब्द है साडा माया। माया तो भाव है माया धन या दौलत भी कह सकते हो। अगला है साडा 30 मारखा। 30 मारखा का अर्थ है नाडू खां। अगला शब्द है साडा निस्तारा। निस्तारा तो भाव हुंदा है मुक्त। हाँ जी बच्चों, जिवें कि हुण आपां पहले सारा लेख पढ़िया है, फिर शब्द अर्थ किए हैं। हुण असी लेख दे जिहड़े प्रश्न उत्तर है वो आपां करांगे। साडा पहला जिहड़ा पाठ अभ्यास का प्रश्न है, अरदास कदों अते क्यों कीती जाती है। तो बच्चों इहदा उत्तर है कि अरदास कहते कि बंदे दी बहुत ही जरूरी वस्तु है। जिंदगी विच कई मौके अजिहे आउंदे हन जदों वड्डे तो वड्डे राठ आदमी लई भी अरदास तो बिना कोई राह नहीं रह जाता। अरदास जिंदगी विच हर संसारिक मौके उपर, जन्म वेले, मरण वेले, विआह वेले, रोग वेले, जंग वेले, मुश्किल समय, कारज की सिद्धि लई कीती जाती है। इस नाल मनुख चढ़दी कला विच रहिंदा है। अगला प्रश्न है साडा प्रसिद्ध लेखक ऑस्कर वाइल्ड दे अरदास बारे की विचार हैं। बेटा उन्हां दा विचार है कि अरदास का उत्तर मिलना ही नहीं चाहिए। अरदास का उत्तर मिले तो वो अरदास नहीं रहिंदी, सगों वो खतो किताबत का सिलसिला बन जाती है। ये जिहड़ा विचार प्रसिद्ध लेखक ऑस्कर वाइल्ड के द्वारा अरदास बारे दिता गया है। तीजा प्रश्न है साडा सिख धर्म विच अरदास की की महत्ता है। तो बच्चों इहदा उत्तर है सिख धर्म विच अरदास चढ़दी कला का एक साधन मनी जाती है, जो मनुख नूं सहज सुभाਅ छुटेरेपन विचों कढ के वड्डा बना दिंदी है, जिस नाल मनुख एक सरबती पुरख हो के निष्पाप उच्चा उठ जाता है। इसी दा नां चढ़दी कला है
ਅਤੇ ਇਸ ਅਵਸਥਾ ਦੀ ਪੂਰਨਤਾ ਹੀ ਅਰਦਾਸ ਦੀ ਕਰਾਮਾਤ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਸਾਡਾ, ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਚਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ। ਬੱਚੋ, ਆਪਾਂ ਚੰਗੀ ਤਰ੍ਹਾਂ ਇਹ ਚੀਜ਼ ਪੜ੍ਹੀ ਹੈ ਕਿ ਪ੍ਰਾਰਥਨਾ ਕਰਨ ਨਾਲ ਕੈਦੀ ਦਾ ਜਿਹੜਾ ਮਨ ਹੈ ਉਹ ਸ਼ਾਂਤ ਹੋ ਗਿਆ ਸੀ। ਉਹ ਹਰ ਰੋਜ਼ ਪਾਠ ਕਰਨ ਤੇ ਉਸ ਦੇ ਅਰਥ ਸਮਝਣ ਲੱਗਾ, ਜਿਸ ਨਾਲ ਉਸ ਦੇ ਸੁਭਾਅ ਵਿੱਚ ਮਿਠਾਸ ਅਤੇ ਨਿਮਰਤਾ ਆ ਗਈ। ਉਸ ਦਾ ਪਰਮੇਸ਼ਵਰ ਵਿੱਚ ਅਟੁੱਟ ਵਿਸ਼ਵਾਸ ਕਾਇਮ ਹੋ ਗਿਆ ਤੇ ਉਸ ਦੇ ਸੰਸਾਰੀ ਪਦਾਰਥਾਂ ਤੇ ਪਦਵੀਆਂ ਤੋਂ ਵੀ ਮੂੰਹ ਮੋੜ ਲਿਆ। ਅਗਲਾ ਪ੍ਰਸ਼ਨ ਹੈ ਸਾਡਾ, ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ਼ ਕਿਉਂ ਕਰ ਦਿੱਤੀ। ਉੱਤਰ ਹੈ, ਮਹਾਰਾਜਾ ਰਣਜੀਤ ਸਿੰਘ ਜੀ ਨੇ ਵਾਹਿਗੁਰੂ ਜੀ ਦਾ ਇਸ ਗੱਲੋਂ ਸ਼ੁਕਰਾਨਾ ਕਰਨ ਲਈ ਕਿ ਉਸ ਨੇ ਉਸ ਦੀ ਅਰਦਾਸ ਸੁਣ ਕੇ ਉਸ ਨੂੰ ਸਿਹਤ ਬਖਸ਼ੀ ਹੈ, ਰਾਜਾ ਧਿਆਨ ਸਿੰਘ ਦੀ ਸਲਾਹ ਮੰਨ ਕੇ ਕੈਦੀ ਦੀ ਸਜ਼ਾ ਮਾਫ਼ ਕਰ ਦਿੱਤੀ। ਅਗਲਾ ਪ੍ਰਸ਼ਨ ਹੈ ਸਾਡਾ, ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੀ ਕਿਹਾ। ਇਹਦਾ ਉੱਤਰ ਹੈ, ਕੈਦੀ ਨੇ ਸਾਰੀ ਆਪ ਬੀਤੀ ਸੁਣਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਹੀ ਉਹ ਤਾੜਵੀ ਤੋਂ ਸਰਦਾਰ ਬਣਿਆ ਸੀ ਅਤੇ ਉਹਨਾਂ ਦੀ ਕੈਦ ਵਿੱਚ ਰਹਿ ਕੇ ਹੀ ਉਹ ਆਪਣੇ ਸੱਚੇ ਪਿਤਾ ਵਾਹਿਗੁਰੂ ਦੇ ਪ੍ਰੇਮ ਤੋਂ ਜਾਣੂ ਹੋਇਆ ਹੈ। ਹੁਣ ਉਸ ਨੂੰ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ। ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਹੈ। ਇਸ ਕੈਦ ਤੋਂ ਉਸ ਨੂੰ ਮੁਕਤੀ ਮਿਲੀ ਹੈ ਤੇ ਅੰਤ ਨੂੰ ਉਸ ਨੇ ਹੀ ਉਸ ਨੂੰ ਮਹਾਭੋਜਲ ਤੋਂ ਬਖਸ਼ਣਾ ਹੈ। ਅਗਲਾ ਅਖੀਰਲਾ ਪ੍ਰਸ਼ਨ ਹੈ ਬੱਚੋ ਸਾਡਾ, ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ। ਉੱਤਰ ਹੈ, ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਵਿਚਰਦਿਆਂ ਪਰਮ ਪਿਤਾ ਤੋਂ ਆਪਣੀਆਂ ਭੁੱਲਾਂ ਬਖਸ਼ਾ ਕੇ ਭਜਨ ਰੂਪੀ ਖੇਪ ਲੱਦਣੀ ਚਾਹੀਦੀ ਹੈ। ਜਗਤ ਨਾਲ ਆਪਣਾ ਵਿਹਾਰ ਸ਼ੁੱਧ ਰੱਖਣਾ ਚਾਹੀਦਾ ਹੈ। ਮਨ ਕਰਤਾਰ ਵੱਲ ਰੱਖ ਕੇ ਸਦਾ ਪਰਮਾਤਮਾ ਕਰਦਿਆਂ ਸਰਬੱਤ ਦਾ ਭਲਾ ਚਿਤਵਣਾ ਚਾਹੀਦਾ ਹੈ ਤੇ ਹਮੇਸ਼ਾ ਭਲੇ ਕੰਮ ਕਰਨੇ ਚਾਹੀਦੇ ਹਨ। ਉਮੀਦ ਹੈ ਬੱਚਿਓ, ਮੇਰੇ ਇਸ ਲੈਕਚਰ ਤੋਂ ਬਾਅਦ ਤੁਹਾਨੂੰ ਇਹ ਲੇਖ ਪ੍ਰਾਰਥਨਾ ਦੀ ਚੰਗੀ ਤਰ੍ਹਾਂ ਸਮਝ ਲੱਗੀ ਹੋਏਗੀ ਅਤੇ ਪਾਠ ਦੇ ਅਭਿਆਸ ਦੇ ਕੀਤੇ ਸ਼ਬਦ ਅਤੇ ਪ੍ਰਸ਼ਨ ਉੱਤਰਾਂ ਤੋਂ ਵੀ ਤੁਸੀਂ ਕਾਫੀ ਜਾਣੂ ਹੋਏ ਹੋਣਗੇ। ਬਹੁਤ ਬਹੁਤ ਧੰਨਵਾਦ।